ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਵਨ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਰਵਿੰਦਰ ਸਿੰਘ ਰਾਜ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸਭਨਾ ਕਾ ਪਿਆਰਾ। ਗੁਰੂ ਪਿਆਰਿਓ, ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪੰਥ ਦੀ ਉਹ ਮਹਾਨ ਸ਼ਖਸੀਅਤ, ਉਹ ਮਹਾਨ ਕੀਰਤਨੀਏ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ, ਜਿਨ੍ਹਾਂ ਦਾ ਨਾਮ ਸੁਣਦਿਆਂ ਹੀ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਾ ਇਕੱਠ ਹੋ ਜਾਂਦਾ ਵੱਡੇ ਵੱਡੇ ਕੀਰਤਨ ਦਰਬਾਰਾਂ ਦੇ ਵਿੱਚ। ਔਰ ਜਿੱਥੋਂ ਤੱਕ ਦਾਸ ਨੂੰ ਯਾਦ ਹੈ, ਛੋਟਾ ਜਿਹਾ ਸੀ ਜਦੋਂ ਤੋਂ ਉਹਨਾਂ ਦਾ ਕੀਰਤਨ ਸੁਣਦੇ ਆ ਰਹੇ ਹਾਂ। ਸੋ ਦੱਸਦਿਆਂ ਹੋਇਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਰੋਜ਼ਾਨਾ ਹਾਜ਼ਰੀ ਭਰਨ ਵਾਲੇ ਉਹ ਮਹਾਨ ਕੀਰਤਨੀਏ, ਪੰਥ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ। ਆਓ ਉਹਨਾਂ ਦੇ ਜੀਵਨ ਬਾਰੇ ਉਹਨਾਂ ਪਾਸੋਂ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਦਾ। ਭਾਈ ਸਾਹਿਬ ਜੀ, ਆਪ ਜੀ ਉਚੇਚੇ ਤੌਰ 'ਤੇ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹੋ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅਸੀਂ ਸਾਰੇ ਹੀ ਬਹੁਤ ਉਤਸੁਕ ਹਾਂ ਆਪ ਜੀ ਦੇ ਜੀਵਨ ਬਾਰੇ ਜਾਣਨ ਦੇ ਲਈ, ਕਿਉਂਕਿ ਜਦੋਂ ਤੁਸੀਂ ਸਟੇਜ ਦੇ ਉੱਤੇ ਕੀਰਤਨ ਕਰਦੇ ਹੋ ਬੈਠ ਕੇ, ਤੇ ਹਜ਼ਾਰਾਂ ਦੀ ਤਾਦਾਦ ਸੰਗਤਾਂ ਮੰਤਰ ਮੁਗਧ ਹੋ ਕੇ ਆਪ ਜੀ ਦਾ ਕੀਰਤਨ ਸੁਣਦੀਆਂ ਨੇ, ਤੇ ਬਹੁਤਾਤ ਦੇ ਵਿੱਚ ਸੰਗਤਾਂ ਦੇ ਕਈਆਂ ਦੇ ਮਨਾਂ ਦੇ ਵਿੱਚ ਅੰਦਰੋਂ ਸ਼ੌਂਕ ਹੁੰਦਾ ਕਿ ਆਪ ਜੀ ਦੇ ਨਾਲ ਸੰਬੰਧ ਬਣਾਇਆ ਜਾਵੇ, ਆਪ ਜੀ ਦੇ ਬਾਰੇ ਜਾਣਕਾਰੀ ਮਿਲੇ, ਕਿੱਦਾਂ ਦਾ ਆਪ ਜੀ ਦਾ ਰਹਿਣ ਸਹਿਣ ਹੈ, ਕਿੱਦਾਂ ਦਾ ਆਪ ਜੀ ਦਾ ਪਰਿਵਾਰਕ ਜੀਵਨ ਹੈ। ਤੇ ਉਹ ਜਿਹੜੀਆਂ ਗੱਲਾਂ ਨੇ ਸਟੇਜ ਤੋਂ ਆਪਾਂ ਨਹੀਂ ਸੰਗਤ ਨਾਲ ਸਾਂਝੀਆਂ ਕਰ ਸਕਦੇ, ਤੇ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਆਪ ਜੀ ਨੂੰ ਆਪਣੀਆਂ ਸੰਗਤਾਂ ਦੇ ਰੂਬਰੂ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਆਪ ਜੀ ਦੇ ਘਰ ਪਰਿਵਾਰ ਬਾਰੇ, ਆਪ ਜੀ ਦੇ ਜਨਮ ਬਾਰੇ, ਜਨਮ ਸਥਾਨ ਬਾਰੇ ਆਪ ਜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ। ਦਾਸ ਦਾ ਜਨਮ ਜਲੰਧਰ ਕੈਂਟ ਵਿਖੇ ਗਿਆਨੀ ਸਤਨਾਮ ਸਿੰਘ ਜੀ ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਮੇਰੇ ਸਤਿਕਾਰਯੋਗ ਮਾਤਾ ਜੀ ਇੰਦਰਜੀਤ ਕੌਰ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਇਆ। ਜੋ ਮੁੱਢਲੀ ਐਜੂਕੇਸ਼ਨ ਹੈ, ਮੁੱਢਲੀ ਪੜ੍ਹਾਈ ਹੈ, ਉਹ ਵੀ ਸਾਰੀ ਜਲੰਧਰ ਵਿੱਚ ਹੀ ਹੋਈ। ਮੇਰੇ ਪਿਤਾ ਜੀ, ਜਿਵੇਂ ਦਾਸ ਨੇ ਪਹਿਲਾਂ ਦੱਸਿਆ ਹੈ ਕਿ ਭਾਵੇਂ ਉਹ ਅੱਜ ਸਰੀਰਕ ਤੌਰ 'ਤੇ ਸੰਸਾਰ ਵਿੱਚ ਨਹੀਂ ਹਨ, ਪਰ ਉਹਨਾਂ ਦੀ ਬਹੁਤ ਵੱਡਾ ਇੱਕ ਆਸ਼ੀਰਵਾਦ ਅਤੇ ਬੜੀ ਵੱਡੀ ਦੇਣ ਮੈਨੂੰ ਮਿਲੀ, ਜਿਸ ਨਾਲ ਮੈਂ ਅੱਜ ਇਹ ਗੁਰੂ ਕਾ ਕੀਰਤਨੀਆਂ, ਗੁਰੂ ਰਾਮਦਾਸ ਦਾ ਕੀਰਤਨੀਆਂ ਬਣ ਕੇ ਤੁਹਾਡੇ ਸਾਰਿਆਂ ਦੇ ਸਨਮੁਖ ਹਾਜ਼ਰ ਹਾਂ। ਸੋ ਮੈਂ ਸਮਝਦਾ ਕਿ ਮੈਨੂੰ ਸਾਰੇ ਪਰਿਵਾਰ ਵੱਲੋਂ, ਮੇਰੇ ਮਾਤਾ ਪਿਤਾ, ਮੇਰੇ ਭੈਣਾਂ ਭਰਾਵਾਂ ਵੱਲੋਂ, ਮੇਰੇ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ, ਸੱਜਣ ਮਿੱਤਰ, ਆਂਢੀ ਗੁਆਂਢੀ, ਇੱਥੋਂ ਤੱਕ ਜਿੰਨੇ ਵੀ ਸੰਗਤ ਦੇ ਰੂਪ ਵਿੱਚ ਸਾਰਿਆਂ ਵੱਲੋਂ ਮੈਨੂੰ ਬੜਾ ਸਹਿਯੋਗ ਮਿਲਿਆ ਕਿ ਅੱਜ ਮੈਂ ਜੋ ਸੰਗਤਾਂ ਦੀ ਕੀਰਤਨ ਰਾਹੀਂ ਸੇਵਾ ਕਰ ਰਿਹਾ। ਮੇਰੀਆਂ 3 ਭੈਣਾਂ ਜੋ ਮੇਰੇ ਤੋਂ ਵੱਡੀਆਂ ਹਨ ਅਤੇ ਮੇਰੇ ਵੱਡੇ ਭਾਈ ਸਾਹਿਬ ਹਨ, ਤੇ ਸਾਰੇ ਤਕਰੀਬਨ ਜਲੰਧਰ ਵਿੱਚ ਹੀ ਰਹਿੰਦੇ ਹਨ। ਮੇਰੇ ਪਰਿਵਾਰ ਵਿੱਚ ਮੇਰੀ ਧਰਮ ਸੁਪਤਨੀ ਅਤੇ ਮੇਰੇ 2 ਬੇਟੇ ਹਨ। ਬੇਟੇ ਵੀ ਹਲੇ ਸਟੱਡੀ ਕਰ ਰਹੇ ਹਨ, ਦੋਨੋਂ ਪੜ੍ਹ ਰਹੇ ਹਨ। ਸੋ ਇਹ ਮੇਰਾ ਇੱਕ ਪਰਿਵਾਰ ਹੈ। ਭਾਈ ਸਾਹਿਬ ਜੀ, ਆਪ ਜੀ ਨੇ ਦੱਸਿਆ ਕਿ ਮਾਤਾ ਪਿਤਾ ਦਾ ਬਹੁਤ ਵੱਡਾ ਰੋਲ ਹੁੰਦਾ ਬੱਚੇ ਨੂੰ ਕਿੱਧਰਲੇ ਪਾਸੇ ਲਾਣਾ, ਤੇ ਆਪ ਜੀ ਦੀ ਸ਼ੁਰੂਆਤ ਜੀਵਨ ਦੀ ਮਾਤਾ ਪਿਤਾ ਨੇ ਕਿੱਦਾਂ ਕਰਵਾਈ? ਮੇਰੇ ਪਿਤਾ ਜੀ ਨੇ ਬਹੁਤ ਸਮਾਂ ਨਿਰਮਲੇ ਸੰਤਾਂ ਦੀ ਸੰਗਤ ਕੀਤੀ, ਅਤੇ ਹਰਿਦੁਆਰ ਬਨਾਰਸ ਵਿਖੇ ਉਹਨਾਂ ਨੇ ਸੰਸਕ੍ਰਿਤ ਦੀ ਬਹੁਤ ਵੱਡੀ ਇੱਕ ਵਿੱਦਿਆ ਉੱਥੋਂ ਪ੍ਰਾਪਤ ਕੀਤੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਨਾਲ। ਕਿਉਂਕਿ ਉਹਨਾਂ ਦੀਆਂ ਫੋਟੋਆਂ ਹਜੇ ਤੱਕ ਸਾਡੇ ਕੋਲ ਮੌਜੂਦ ਹਨ ਪਿਤਾ ਜੀ ਦੀਆਂ। ਉਹ ਜਿੱਥੇ ਜਿੱਥੇ ਗਏ ਉਹ ਪੁਰਾਣੀਆਂ ਫੋਟੋਆਂ ਸਾਡੇ ਕੋਲ ਪਈਆਂ ਜੇ। ਸੋ ਉਹ ਤੋਂ ਦੇਖ ਕੇ ਪਤਾ ਲੱਗਦਾ ਵੀ ਉਹ ਉਹਨਾਂ ਦਾ ਜੀਵਨ ਕਿੱਡਾ ਕੁ ਉੱਚਾ ਸੀਗਾ, ਕਿਉਂਕਿ ਜਿਨ੍ਹਾਂ ਨੇ ਸ਼ੁਰੂਆਤ ਹੀ ਮਹਾਂਪੁਰਖਾਂ ਦੇ ਸੰਤਾਂ ਨਾਮ ਜਪਣ ਵਾਲਿਆਂ ਦੇ ਨਾਲ ਕੀਤੀ ਹੈ ਜੀਵਨ ਦੀ। ਉਹੋ ਜਿਹੀ ਸੰਸਕਾਰ ਫਿਰ ਕੁਛ ਇਸ ਤਰ੍ਹਾਂ ਦੀ ਵਿਧ ਬਣੀ ਕਿ ਉਹਨਾਂ ਨੂੰ ਆਰਮੀ ਵਿੱਚ ਭਰਤੀ ਹੋਣਾ ਪੈ ਗਿਆ, ਕਿਉਂਕਿ ਕੁਛ ਕਿਰਤ ਵੀ ਕਰਨੀ ਜ਼ਰੂਰੀ ਸੀ। ਅਤੇ ਉਹਨਾਂ ਨੇ ਮੇਰੇ ਇਸ ਸ਼ੌਂਕ ਨੂੰ ਪਛਾਣਿਆ ਕਿ ਬੱਚੇ ਨੂੰ, ਬੇਟੇ ਨੂੰ ਸ਼ੌਂਕ ਹੈ ਕੀਰਤਨ ਕਰਨ ਦਾ। ਕਈਆਂ ਨੇ ਸੰਗੀਆਂ ਨੇ, ਪਿਤਾ ਜੀ ਦੇ ਸੰਗੀਆਂ ਨੇ ਇਹ ਕਿਹਾ ਪਿਤਾ ਜੀ ਨੂੰ ਕਿ ਤੁਸੀਂ ਬੱਚੇ ਨੂੰ ਸ਼ੌਂਕ ਬੜਾ ਕੀਰਤਨ ਦਾ, ਪਰ ਉਹਨੂੰ ਕਿਸੇ ਚੰਗੇ ਉਸਤਾਦ ਕੋਲ ਭੇਜੋ। ਪਿਤਾ ਜੀ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਸਾਰਿਆਂ ਦੇ ਨੂੰ ਵੀ ਬੱਚੇ ਨੂੰ ਸ਼ੌਂਕ ਹੈ, ਅਤੇ ਉਹਨਾਂ ਨੇ ਮੈਨੂੰ ਹੌਸਲਾ ਅਫਜ਼ਾਈ ਦਿੱਤੀ। ਫਿਰ ਪਤਾ ਕੀਤਾ ਅਤੇ ਅੰਮ੍ਰਿਤਸਰ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਜਿੱਥੋਂ ਕਿ ਬਹੁਤ ਹੀ ਪੰਥ ਪ੍ਰਸਿੱਧ ਕੀਰਤਨੀ ਹੈ, ਉੱਥੋਂ ਵਿੱਦਿਆ ਹਾਸਲ, ਕੀਰਤਨ ਦੀ ਵਿੱਦਿਆ ਹਾਸਲ ਕਰਕੇ ਉੱਥੋਂ ਨਿਕਲੇ ਹਨ। ਅਤੇ ਉੱਥੇ ਮੇਰੇ ਪਿਤਾ ਜੀ ਲੈ ਕੇ ਗਏ, ਕਿਉਂਕਿ ਪਿਤਾ ਜੀ ਦਾ ਭਗਤ ਪੂਰਨ ਸਿੰਘ ਜੀ ਜੋ ਕਿ ਬਾਨੀ ਪਿੰਗਲਵਾੜਾ ਹੋਏ ਹਨ, ਉਹਨਾਂ ਦੇ ਨਾਲ ਬਹੁਤ ਪਿਆਰ ਸੀ। ਉਹ ਆਪਣੇ ਇਲਾਕੇ 'ਚੋਂ ਪਿਤਾ ਜੀ ਮੇਰੇ ਕੋਈ ਵੀ ਸਮਾਗਮ ਕਿਤੇ ਹੁੰਦਾ ਸੀ, ਉੱਥੋਂ
ਮਾਇਆ ਵਸਤਰ ਜਾਂ ਹੋਰ ਵੀ ਜੋ ਚੀਜ਼ਾਂ ਰਸਤ ਵਗੈਰਾ ਇਕੱਠੀ ਕਰਕੇ ਉੱਥੇ ਪਿੰਗਲਵਾੜੇ ਦੇ ਕੇ ਆਉਂਦੇ ਹੁੰਦੇ ਸਨ। ਸੇ ਇਸ ਲਈ ਭਗਤ ਪੂਰਨ ਸਿੰਘ ਜੀ ਵੀ ਉਹਨਾਂ ਨਾਲ ਬੜਾ ਪਿਆਰ ਕਰਦੇ ਸਨ ਵੀ ਇਹ ਸਾਡੇ ਬੜੇ ਪਿਆਰੇ ਸੇਵਾਦਾਰ ਹਨ। ਸੋ ਮੇਰੇ ਪਿਤਾ ਜੀ ਕਹਿੰਦੇ ਮੇਰੀ ਵਾਕਫੀ ਤਾਂ ਹੈ ਨਹੀਂ ਅੰਮ੍ਰਿਤਸਰ 'ਚ ਇੰਨੀ, ਫਿਰ ਉਹ ਭਗਤ ਪੂਰਨ ਸਿੰਘ ਜੀ ਕੋਲ ਮੈਨੂੰ ਲੈ ਕੇ ਗਏ ਅਤੇ ਭਗਤ ਪੂਰਨ ਸਿੰਘ ਜੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਉਸ ਵੇਲੇ। ਤੇ ਨਾਲ ਮੈਨੂੰ ਉਹ ਫਿਰ ਟਾਂਗੇ 'ਤੇ ਬਿਠਾ ਕੇ ਭਗਤ ਪੂਰਨ ਸਿੰਘ ਜੀ ਮੇਰੇ ਪਿਤਾ ਜੀ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਸੀਂ ਗਏ। ਉੱਥੇ ਪ੍ਰਿੰਸੀਪਲ ਸਾਹਿਬ ਨੂੰ ਜਾ ਕੇ ਭਗਤ ਪੂਰਨ ਸਿੰਘ ਜੀ ਮਿਲੇ ਆਪ, ਅਤੇ ਪ੍ਰਿੰਸੀਪਲ ਸਾਹਿਬ ਵੀ ਹੈਰਾਨ ਹੋ ਗਏ ਉੱਥੇ ਵੀ ਐਡੀ ਵੱਡੀ ਸ਼ਖਸੀਅਤ ਭਗਤ ਪੂਰਨ ਸਿੰਘ ਜੀ ਅੱਜ ਸਾਡੇ ਕੋਲ ਇੱਥੇ ਚੱਲ ਕੇ ਆਪ ਚੱਲ ਕੇ ਆਏ। ਉਹਨਾਂ ਨੇ ਪਹਿਲਾਂ ਜਾਂਦੇ ਆਖਿਆ ਤੁਸੀਂ ਮੈਨੂੰ ਹੁਕਮ ਕਰ ਦਿਓ ਮੈਂ ਤੁਹਾਡੇ ਕੋਲ ਚੱਲ ਕੇ ਆ ਜਾਂਦਾ। ਅਤੇ ਪਰਣੀ ਭਗਤ ਜੀ ਨੇ ਕਿਹਾ ਵੀ ਮੈਂ ਇਹ ਬੱਚੇ ਨੂੰ ਲੈ ਕੇ ਆਇਆ, ਇਹ ਸਾਡੇ ਪ੍ਰੇਮ ਵਾਲੇ ਸੱਜਣ ਗਿਆਨੀ ਜੀ ਹਨ, ਇਹਨਾਂ ਦੇ ਬੇਟੇ ਹਨ, ਅਤੇ ਇਹਨਾਂ ਨੂੰ ਆਪਾਂ ਗੁਰੂ ਰਾਮਦਾਸ ਜੀ ਦਾ ਕੀਰਤਨੀਆ ਬਣਾਉਣਾ, ਅਤੇ ਇਸ ਲਈ ਮੈਂ ਚਾਹੁੰਦਾ ਕਿ ਇਹ ਤੁਸੀਂ ਆਪਣੇ ਇੱਥੇ ਕਾਲਜ ਵਿੱਚ ਇਹਨੂੰ ਦਾਖਲਾ ਦਿਓ, ਇੱਥੇ ਰੱਖੋ ਅਤੇ ਇੱਥੇ ਉਹਨੂੰ ਕੀਰਤਨ ਦੀ ਵਿੱਦਿਆ ਦਿਓ। ਉਸ ਵੇਲੇ ਪ੍ਰਿੰਸੀਪਲ ਸਨ ਸਰਦਾਰ ਪ੍ਰਕਾਸ਼ ਸਿੰਘ ਜੀ। ਸੋ ਉਹਨਾਂ ਨੇ ਮੇਰੇ ਬੈਠਿਆਂ ਮੇਰੀ 5 ਮਿੰਟ ਇੰਟਰਵਿਊ ਲਈ ਉੱਥੇ, ਅਤੇ ਉਹਨਾਂ ਨੇ ਹਾਂ ਕਰ ਦਿੱਤੀ ਕਿ ਬੱਚੇ ਨੂੰ ਅਸੀਂ ਜ਼ਰੂਰ ਇੱਥੇ ਰੱਖਾਂਗੇ। ਸੋ ਬਸ ਮੇਰੀ ਫਿਰ ਉੱਥੇ ਸ਼ੁਰੂਆਤ ਹੋਈ ਅੰਮ੍ਰਿਤਸਰ 1983 'ਚ, ਜੋ ਮੈਂ ਉੱਥੇ ਸਿੱਖਣ ਲਈ ਸ਼ੁਰੂ ਕੀਤਾ, ਆਪਣੀ ਐਡਮਿਸ਼ਨ ਮੈਨੂੰ ਮਿਲੀ। ਉਸ ਵੇਲੇ ਮੇਰੀ ਉਮਰ ਹੋਏਗੀ ਜੀ 15 ਜਾਂ 16 15 ਹਾਂਜੀ। ਉੱਥੋਂ ਫਿਰ ਆਪ ਜੀ ਦਾ ਸਿਖਲਾਈ ਦਾ ਹਾਂਜੀ, ਫਿਰ ਮੈਂ ਉੱਥੇ ਪ੍ਰਿੰਸੀਪਲ ਸਾਹਿਬ ਦੀ ਸ਼ਰਨ 'ਚ ਰਹਿ ਕੇ ਜਾਂ ਸਾਡੇ ਉਸਤਾਦ ਜੋ ਕੀਰਤਨ ਦੇ ਉਸਤਾਦ ਸਨ, ਅੱਜ ਉਹ ਸਾਡੇ ਸਰੀਰ ਤੌਰ 'ਤੇ ਨਹੀਂ ਹਨ, ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ, ਅੱਜ ਜਿੰਨੇ ਵੀ ਬਹੁਤ ਬੰਦ ਪ੍ਰਸਿੱਧ ਕੀਰਤਨ ਉਹਨਾਂ ਦੇ ਸ਼ਾਗਿਰਦ ਹਨ। ਸੋ ਉਹਨਾਂ ਕੋਲ ਉਹਨਾਂ ਦੀ ਸੰਗਤ 'ਚ ਰਹਿ ਕੇ ਦਾਸ ਨੇ ਇਹ ਕੀਰਤਨ ਦੀ ਉੱਥੋਂ ਸਿਖਲਾਈ ਲਈ। ਸਾਰਾ ਕੁਛ ਜੋ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਉੱਥੇ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅੱਜ ਵੀ ਇਸੇ ਢੰਗ ਨਾਲ ਹੀ ਉੱਥੇ ਚੱਲਦੀ ਹੈ ਸਿਖਲਾਈ? ਹਾਂਜੀ, ਉਹ ਬਿਲਕੁਲ ਕੰਟੀਨਿਊ। ਉਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਉਹ ਕਾਲਜ ਬਣਿਆ ਹੋਇਆ, ਅਤੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਉੱਥੇ। ਕੀ ਨਾਮ ਦੱਸਿਆ ਜੀ ਆਪ ਜੀ ਨੇ? ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਸੋ ਗੁਰੂ ਪਿਆਰਿਓ, ਆਪ ਜੀ ਨਾਮ ਨੋਟ ਕਰੋ, ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਜੇ ਕਿਸੇ ਨੇ ਇੱਕ ਚੰਗਾ ਕੀਰਤਨੀਆ ਬਣਨਾ ਹੈ ਤਾਂ ਇਸ ਕਾਲਜ ਦੇ ਵਿੱਚ ਦਾਖਲਾ ਲੈ ਕੇ, ਕਿਉਂਕਿ ਭਾਈ ਸਾਹਿਬ ਨੇ ਦੱਸਿਆ ਕਿ ਪੰਥ ਦੇ ਮਹਾਨ ਰਾਗੀ ਸਿੰਘ ਅੱਜ ਜਿਨ੍ਹਾਂ ਦਾ ਨਾਮ ਅਸੀਂ ਸੁਣ ਕੇ ਖੁਸ਼ ਹੋ ਜਾਂਦੇ ਹਾਂ ਵੀ ਸਾਡੇ ਇਲਾਕੇ 'ਚ ਕੀਰਤਨ ਕਰਨ ਲਈ ਆ ਰਹੇ ਨੇ, ਐਸੇ ਮਹਾਨ ਕੀਰਤਨੀ ਸਿੰਘ ਉੱਥੋਂ ਕੀਰਤਨ ਦੀ ਸਿੱਖਿਆ ਲੈ ਕੇ ਅੱਜ ਸਾਡੀ ਦੇਸ਼ ਕੌਮ ਦੀ ਸੇਵਾ ਕਰ ਰਹੇ ਹਨ। ਇੱਕ ਮੈਂ ਗੱਲ ਹੋਰ ਐਡ ਕਰਨੀ ਜਾਵਾਂਗਾ, ਹਾਂਜੀ, ਕਿ ਉਹ ਬਿਨਾਂ ਕਿਸੇ ਫੀਸ ਤੋਂ ਬਿਲਕੁਲ ਫ੍ਰੀ ਉੱਥੇ ਸਿਖਾਇਆ ਜਾਂਦਾ। ਕੋਈ ਰੋਟੀ ਦਾ ਵੀ ਕੋਈ ਖਰਚਾ ਨਹੀਂ, ਹੋਸਟਲ ਵਗੈਰਾ ਉੱਥੇ ਹੀ ਰਹਿਣਾ। ਸਾਜ਼ ਵੀ ਤਕਰੀਬਨ ਉਹਨਾਂ ਵੱਲੋਂ ਸਾਰਾ ਅਰੇਂਜਮੈਂਟ ਹੁੰਦਾ। ਪ੍ਰੋਫੈਸਰ ਬੜੇ ਉੱਘੇ ਉਸਤਾਦ ਨੇ ਉੱਥੇ ਜਿਹੜੀ ਸੇਵਾ ਨਿਭਾ ਰਹੇ ਨੇ ਅੱਜ ਵੀ। ਤਬਲੇ ਦੀ ਕਲਾਸ, ਹਾਂਜੀ, ਜਦੋਂ ਮੈਂ ਐਡਮਿਸ਼ਨ ਲਈ ਸੀ ਉਸ ਵੇਲੇ ਤਾਂ 10ਵੀਂ ਕਲਾਸ ਜ਼ਰੂਰੀ ਸੀ, ਪਾਸ, ਮੈਟ੍ਰਿਕ ਪਾਸ, ਪਰ ਹੁਣ ਉੱਥੇ ਸੰਗੀਤ ਕਲਾਸ ਲਈ ਘੱਟੋ ਘੱਟ +2, ਹਾਂਜੀ, 12ਵੀਂ ਕਲਾਸ ਬੱਚਾ ਪਾਸ ਹੋਣਾ ਬੜਾ ਜ਼ਰੂਰੀ ਹੈ। ਸੰਗੀਤ ਕਲਾਸ ਅਲੱਗ ਹੈ, ਤਬਲਾ ਕਲਾਸ ਅਲੱਗ ਹੈ, ਪ੍ਰਚਾਰਕ ਕਲਾਸ ਜਿਹੜੀ ਉਹ ਕਥਾ ਉਹ ਕਲਾਸ ਅਲੱਗ ਹੈ। ਤੁਸੀਂ ਤਿੰਨਾਂ ਵਿੱਚੋਂ ਇੱਕ 'ਚ ਜਿਹਦੇ 'ਚ ਮਰਜ਼ੀ ਐਡਮਿਸ਼ਨ ਲੈ ਸਕਦੇ। ਭਾਈ ਸਾਹਿਬ ਜੀ, ਮੈਂ ਜਾਣਨਾ ਚਾਹਾਂਗਾ ਕਿ ਉਸ ਦੌਰਾਨ ਜਦੋਂ ਸਿਖਲਾਈ ਆਪ ਜੀ ਦੀ ਸ਼ੁਰੂ ਹੋਈ, ਸਭ ਤੋਂ ਪਹਿਲਾਂ ਆਪ ਜੀ ਨੇ ਜਿਹੜਾ ਸ਼ਬਦ ਸਿੱਖਿਆ ਆਪਣੇ ਉਸਤਾਦ ਜੀ ਪਾਸੋਂ, ਉਹ ਸਾਡੀ ਸੰਗਤਾਂ ਦੇ ਨਾਲ ਆਪ ਜੀ ਸਾਂਝਾ ਕਰੋ, ਅਤੇ ਕਿੱਦਾਂ ਦਾ ਉਹ ਮਾਹੌਲ ਸੀ ਜਦੋਂ ਆਪ ਜੀ ਦੀ ਸ਼ੁਰੂਆਤ, ਪਹਿਲਾ ਸ਼ਬਦ ਆਪ ਜੀ ਦਾ ਸ਼ੁਰੂ ਕਰਵਾਇਆ ਉਸਤਾਦ ਜੀ ਨੇ? ਉਹਨਾਂ ਮੈਨੂੰ ਕਲਿਆਣ ਰਾਗ ਤੋਂ, ਜੋ ਕਿ ਸ਼ਾਮ ਦਾ ਹੀ ਰਾਗ ਹੈ, ਇਸ ਰਾਗ 'ਚ ਆਰੰਭ ਕਰਾਇਆ ਸੀ, ਕਿਉਂਕਿ ਸਾਰੀ ਕਲਾਸ ਨੂੰ ਇਕੱਠਾ ਕੋਰਸ ਕਰਾਇਆ ਜਾਂਦਾ ਹੈ। ਮੈਂ ਤੁਹਾਨੂੰ ਉਹਦੀ ਇੱਕ ਲਾਈਨ ਸੁਣਾ। ਪ੍ਰਭ ਮੇਰਾ ਅੰਤਰ ਜਾਮੀ ਜਾਨ, ਪ੍ਰਭ ਮੇਰਾ ਅੰਤਰ ਜਾਮੀ ਜਾਨ, ਕਰ ਕਿਰਪਾ ਪੂਰਨ ਪਰਮੇਸ਼ਰ, ਕਰ ਕਿਰਪਾ ਪੂਰਨ ਪਰਮੇਸ਼ਰ, ਨੇੜ ਚਲ ਸੱਚ ਸ਼ਬਦ ਨਿਸ਼ਾਨ, ਨੇੜ ਚਲ ਸੱਚ ਸ਼ਬਦ ਨਿਸ਼ਾਨ, ਪ੍ਰਭ ਮੇਰਾ ਅੰਤਰ ਜਾਮੀ ਜਾਨ, ਪ੍ਰਭ ਮੇਰਾ ਅੰਤਰ ਜਾਮੀ ਜਾਨ।
ਭਾਈ ਸਾਹਿਬ ਜੀ ਸਿਖਲਾਈ ਦੌਰਾਨ 3 ਸਾਲ ਦਾ ਕੋਰਸ ਸੀ, ਆਪ ਜੀ ਹੋਸਟਲ ਦੇ ਵਿੱਚ ਉੱਥੇ ਕਾਲਜ ਦੇ ਵਿੱਚ ਰਹਿ ਕੇ ਆਪ ਜੀ ਨੇ 3 ਸਾਲ ਬਿਤਾਏ। ਜਦੋਂ ਮੈਂ ਸਿੱਖਿਆ ਉਸ ਵੇਲੇ 2 ਸਾਲ ਦਾ ਸੀ। ਉਸ ਸਮੇਂ ਦੋ ਹਾਂਜੀ, ਹੁਣ 3 ਸਾਲ ਦਾ ਹੋ ਗਿਆ। ਕੋਈ ਉਹ ਸਿਖਲਾਈ ਦੌਰਾਨ 2 ਸਾਲਾਂ ਦੇ ਵਿੱਚ ਕੋਈ ਯਾਦਗਾਰ ਪਲ ਕਾਲਜ ਦਾ ਉਹ ਸਾਡੀ ਸੰਗਤਾਂ ਦੇ ਨਾਲ ਸਾਂਝਾ ਕਰੋ। ਯਾਦਗਾਰੀ ਪਲ ਤਾਂ ਇਹੀ ਹੈ ਜੀ, ਉੱਥੇ ਇੱਕ ਤਾਂ ਸਾਨੂੰ ਮਿਹਨਤ ਕਰਨ ਦਾ ਜਿਵੇਂ ਇੱਕ ਬਹੁਤ ਗੋਲਡਨ ਚਾਂਸ ਨੂੰ ਆਪਾਂ ਕਹਿੰਦੇ ਹਾਂ, ਸੁਨਹਿਰੀ ਮੌਕਾ। ਜੇ ਆਪਾਂ ਕੋਸ਼ਿਸ਼ ਕਰੀ ਵੀ ਅੱਜ ਉਹ ਮਿਹਨਤ ਉਹ ਰਿਆਜ਼ ਅੱਜ ਕਰੀਏ ਤਾਂ ਨਹੀਂ, ਇੱਕ ਸੁਪਨਾ ਲੱਗਦਾ ਸਾਨੂੰ। ਸਾਡੇ ਇੱਕ ਅੰਦਰ ਜਨੂਨ ਹੁੰਦਾ ਸੀ ਵੀ ਜੇ ਅੱਜ ਕੋਈ ਸਾਡਾ ਸਾਥੀ ਉੱਠ ਕੇ ਸਵੇਰੇ 4 ਵਜੇ ਰਿਆਜ਼ ਕਰ ਰਿਹਾ ਤਾਂ ਮੈਂ ਸਵੇਰੇ 3:30 ਉੱਠ ਕੇ ਉਹਨਾਂ ਚੋਰੀ ਉੱਠ ਕੇ ਪਹਿਲਾਂ ਰਿਆਜ਼ ਕਰਨਾ। ਵੀ ਇਸ ਤਰ੍ਹਾਂ ਉੱਥੇ ਮੈਨੂੰ ਪਤਾ ਵੀ ਅਸੀਂ ਪ੍ਰਸ਼ਾਦਾ ਛਕਣਾ ਜਾਂ ਕਲਾਸ ਦੇ ਟਾਈਮ ਜਾਂ ਦੁਪਹਿਰ ਨੂੰ ਪ੍ਰਸ਼ਾਦਾ ਜਾਂ ਸ਼ਾਮ ਨੂੰ, ਜਿਹੜਾ ਉਹੀ ਟਾਈਮ ਅਸੀਂ ਦੂਜੇ ਪਾਸੇ ਲਾਉਂਦੇ ਸੀ। ਬਾਕੀ ਸਾਡਾ ਸਾਰਾ ਟਾਈਮ ਜਿੰਨਾ ਵੀ ਹੁੰਦਾ ਸੀ ਉਹ ਸਿਰਫ ਮਿਹਨਤ ਰਿਆਜ਼ ਕਰਨ ਵਿੱਚ। ਭਾਈ ਸਾਹਿਬ ਜੀ ਆਪ ਜੀ ਨੇ 2 ਸਾਲ ਉੱਥੇ ਰਹਿ ਕੇ ਕੀਰਤਨ ਸਿੱਖਿਆ ਜੀ ਤੇ ਅਧਿਆਤਮਿਕ ਪੱਖੋਂ ਤਾਂ ਆਪ ਜੀ ਨੇ ਕੀਰਤਨ ਨੂੰ ਅਪਣਾਇਆ ਹੀ, ਜੀ ਤੇ ਇੱਕ ਪ੍ਰੋਫੈਸ਼ਨਲ ਤੌਰ ਤੇ ਵੀ ਆਪ ਜੀ ਨੇ ਕਿੱਤਾ ਮੁਖੀ ਜੋ ਸੀ ਕੀਰਤਨ ਨੂੰ ਵੀ ਆਪ ਜੀ ਨੇ ਉੱਥੇ ਪ੍ਰਵਾਨ ਕੀਤਾ। ਤੇ ਜਦੋਂ ਕੋਰਸ ਕਰਨ ਤੋਂ ਬਾਅਦ ਆਪ ਜੀ ਘਰ ਗਏ, ਸਮਾਂ ਪੂਰਾ ਹੋਇਆ ਸਿਖਲਾਈ ਦਾ, ਤੇ ਉਸ ਤੋਂ ਬਾਅਦ ਦਾ ਕਿੱਦਾਂ ਕੁ ਆਪ ਜੀ ਦਾ ਜੀਵਨ ਰਿਹਾ? ਮੈਂ ਮਿਸ਼ਨਰੀ ਕਾਲਜ ਤੋਂ ਬਾਅਦ ਤੇ ਮੈਂ 1.5 ਸਾਲ ਹੀ ਬਾਹਰ ਫਿਰੋਜ਼ਪੁਰ ਵਿਖੇ ਗੁਰਦੁਆਰਾ ਸਿੰਘ ਸਭਾ, ਉੱਥੇ ਭਾਈ ਬਲਵਿੰਦਰ ਸਿੰਘ ਜੀ ਹਜ਼ੂਰੀ ਰਗੀ ਦਰਬਾਰ ਸਾਹਿਬ, ਉਹਨਾਂ ਦੇ ਜਥੇ ਨਾਲ ਸੇਵਾ ਕੀਤੀ ਉੱਥੇ। ਉਸ ਤੋਂ ਬਾਅਦ ਫਿਰ ਸਾਨੂੰ ਬਹੁਤ ਜਲਦੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੇ ਤੌਰ ਤੇ ਸੇਵਾ ਦਾ ਮੌਕਾ ਮਿਲ ਗਿਆ। ਇੱਥੋਂ ਤੱਕ ਮੈਨੂੰ ਯਾਦ ਹੈ ਆਪਣੀ ਜ਼ਿੰਦਗੀ ਦਾ, ਜੇ ਮੈਂ ਗੱਲ ਕਰਾਂ ਤਾਂ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਆਪ ਜੀ ਦਾ ਕੀਰਤਨ ਸੁਣਦੇ ਆ ਰਹੇ, ਤੇ ਮੈਂ ਜਾਣਨਾ ਚਾਹਾਂ ਕਿੰਨਾ ਕੁ ਸਮਾਂ ਹੋ ਗਿਆ ਆਪ ਜੀ ਨੂੰ ਦਰਬਾਰ ਸਾਹਿਬ ਹਾਜ਼ਰੀ ਕੀਰਤਨ ਦੀ? ਮੈਂ ਜੀ ਉਸ ਵੇਲੇ ਮੇਰੀ ਉਮਰ 19 ਸਾਲ ਸੀ ਜਦੋਂ ਮੈਂ ਸ਼੍ਰੀ ਹਰਿਮੰਦਰ ਸਾਹਿਬ 'ਚ ਹਜ਼ੂਰੀ ਰਾਗੀ ਦੇ ਤੌਰ ਤੇ ਸੇਵਾ ਸ਼ੁਰੂ ਕਰ ਦਿੱਤੀ। ਸਾਰੇ ਹੈਰਾਨ ਸਨ ਵੀ ਇੰਨੀ ਛੋਟੀ ਉਮਰ 'ਚ ਵੀ ਤੁਹਾਨੂੰ ਮੈਂ ਸਮਝਦਾ ਸਾਰੇ ਗੁਰੂ ਪਾਤਸ਼ਾਹ ਦੀ ਕਿਰਪਾ, ਉਹਦੀ ਬਖਸ਼ਿਸ਼ ਹੈ। ਅੱਜ ਦੇ ਸਮੇਂ ਦੇਖੀਏ ਤਾਂ ਸਭ ਤੋਂ ਪੁਰਾਤਨ ਰਾਗੀ ਮੇਰੀ ਨਿਗਾਹ ਦੇ ਵਿੱਚ ਮੈਨੂੰ ਲੱਗਦਾ ਕਿ ਆਪ ਜੀ ਉੱਥੇ ਬਹੁਤ ਦੇਰ ਤੋਂ ਹਾਂਜੀ, ਕਾਫੀ ਜਥੇ ਜਿਹੜੇ ਪੁਰਾਣੇ ਸਾਨੂੰ ਉਮਰ ਦੇ ਹਿਸਾਬ ਨਾਲ ਕਿਉਂਕਿ ਰਿਟਾਇਰ ਹੋ ਚੁੱਕੇ ਹਨ, ਉੱਥੋਂ ਸੇਵਾ ਮੁਕਤ ਹੋ ਚੁੱਕੇ ਹਨ। ਇਸ ਲਈ ਤਕਰੀਬਨ ਸ਼ਾਇਦ ਮੈਂ ਜਾਂ ਇੱਕ ਦੂਜੇ ਤੱਕ ਕੋਈ ਹੋਰ ਹੋਏਗਾ ਜਿਹੜੇ ਉੱਥੇ ਇੰਨੇ ਲੰਬੇ ਸੋ ਮੈਨੂੰ ਹੁਣ 28 ਸਾਲ ਉੱਥੇ ਕੰਟੀਨਿਊ ਜਿਹੜੀ ਬਿਨਾਂ ਬ੍ਰੇਕ ਸੇਵਾ ਕਰਦੇ ਉੱਥੇ ਹੋ ਗਏ ਹਨ ਜੀ। ਭਾਈ ਸਾਹਿਬ ਜੀ ਮੈਂ ਜਾਣਨਾ ਚਾਹਾਂਗਾ ਜਦੋਂ ਆਪ ਜੀ ਨੇ ਕੀਰਤਨ ਦੀ ਸ਼ੁਰੂਆਤ ਕੀਤੀ ਤੇ ਉਸ ਸਮੇਂ ਕੀਰਤਨ ਕਰਨ ਦੀ ਜੋ ਸ਼ੈਲੀ ਸੀ ਥੋੜਾ ਜਿਹਾ ਉਸ ਸਮੇਂ ਦੇ ਅਨੁਸਾਰ ਫਰਕ ਸੀਗਾ ਤੇ ਅੱਜ ਦੇ ਮਾਹੌਲ ਦੇ ਵਿੱਚ ਫਰਕ ਹੈ। ਉਸ ਸਮੇਂ ਨੌਜਵਾਨ ਪੀੜ੍ਹੀ ਇੱਧਰਲੇ ਪਾਸੇ ਥੋੜਾ ਜਿਹਾ ਘੱਟ ਸੀ ਰੁਝਾਨ, ਪਰ ਅੱਜ ਜਦੋਂ ਦੇਖਦੇ ਹਾਂ ਕਿ ਖਾਸ ਕਰਕੇ ਆਪ ਜੀ ਦਾ ਨਾਮ ਲਈਏ ਤਾਂ ਨੌਜਵਾਨ ਪੀੜ੍ਹੀ ਖੁਸ਼ ਹੋ ਜਾਂਦੀ ਹੈ ਆਪ ਜੀ ਦਾ ਨਾਮ ਸੁਣ ਕੇ, ਵੀ ਭਾਈ ਸਾਹਿਬ ਦਾ ਕੀਰਤਨ ਸੁਣ ਕੇ ਬੜਾ ਰਸ ਬਣਦਾ। ਤੇ ਉਸ ਸਮੇਂ ਦੀ ਕੀਰਤਨ ਸ਼ੈਲੀ ਔਰ ਅੱਜ ਦੀ ਕੀਰਤਨ ਸ਼ੈਲੀ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਜੀ? ਕੀਰਤਨ ਸ਼ੈਲੀ ਤੇ ਉਹ ਜਿਹੜੀ ਉਸ ਟਾਈਮ ਸੀਗੀ ਉਹ ਬਹੁਤ ਉੱਤਮ ਸ਼ੈਲੀ ਸੀ ਜੀ। ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸਾਰਾ ਕੀਰਤਨ ਸਾਰਾ ਉੱਥੇ ਨੂੰ, ਪਰ ਉਸ ਵੇਲੇ ਇਹਨੇ ਸਾਡੇ ਕੋਲ ਸਾਧਨ ਨਹੀਂ ਸਨ। ਜਿਵੇਂ ਉਸ ਤੋਂ ਬਾਅਦ ਕੈਸਟਾਂ CD ਦਾ ਯੁੱਗ ਆ ਗਿਆ, ਚੈਨਲ ਤੇ ਕੀਰਤਨ ਲਾਈਵ ਟੈਲੀਕਾਸਟ ਹੋਣੇ ਸ਼ੁਰੂ ਗਏ। 1 ਚੈਨਲ 2 ਚੈਨਲ, ਹੁਣ ਕਈ ਚੈਨਲ ਤੇ ਤੁਸੀਂ ਦੇਖਦੇ ਹੋ ਲਾਈਵ ਟੈਲੀਕਾਸਟ ਕੀਰਤਨ ਹੁੰਦਾ। ਇਸ ਲਈ ਸੰਗਤਾਂ ਦਾ ਰੁਝਾਨ ਉੱਦਾਂ ਹੀ ਕੀਰਤਨ ਨਾਲ ਤੇ ਕੀਰਤਨੀਆਂ ਦਾ ਪਿਆਰ ਜਿਹੜਾ ਵੱਧਦਾ ਗਿਆ। ਬਾਕੀ ਕੋਸ਼ਿਸ਼ ਤਾਂ ਮੇਰੀ ਇਹੀ ਰਹੀ ਹੈ ਸ਼ੁਰੂ ਤੋਂ ਵੀ ਜੋ ਸਾਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਵੇਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ, ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਹੀ ਕੀਰਤਨ ਅਸੀਂ ਕਰੀਏ, ਕਿਉਂਕਿ ਸਮੇਂ ਮੁਤਾਬਕ ਰਾਗ ਦਾ ਗਾਣਾ ਉਹ ਵੀ ਬੜਾ ਜ਼ਰੂਰੀ ਹੁੰਦਾ। ਉੱਥੇ ਸ਼ੁਰੂਆਤ ਕੀਰਤਨ ਦੀ ਹਰਿਮੰਦਰ ਸਾਹਿਬ ਦੇ ਅੰਦਰ ਸਮੇਂ ਦਾ ਮੁਤਾਬਕ ਰਾਗ ਪੜ੍ਹਨਾ ਜ਼ਰੂਰੀ ਹੁੰਦਾ ਹੈ, ਪਰ ਥੋੜ੍ਹਾ ਜਿਹਾ ਕੀਰਤਨ ਦੇ ਸਟਾਈਲ ਨੂੰ ਸਰਲ ਕੀਤਾ ਜਿਹਨੂੰ ਸਾਰੇ ਸਰਵਣ ਕਰ ਸਕਣ। ਜਿਹੜਾ ਕੋਈ ਸੰਗੀਤ ਨੂੰ ਨਹੀਂ ਵੀ ਜਾਣਦਾ ਉਹਨੂੰ ਵੀ ਇਸ ਗੁਰਬਾਣੀ ਨੂੰ ਥੋੜ੍ਹਾ ਜਿਹਾ ਸਹਿਜ ਤਰੀਕੇ ਨਾਲ ਗਾਇਆ ਵੀ ਗੁਰਬਾਣੀ ਇਹਨੇ ਵੀ ਕਿਸੇ ਰਾਗ ਤੋਂ ਬਾਹਰ ਜਾਂ ਕੋਈ ਉਹਨੂੰ ਕਿਸੇ ਬਹੁਤ ਗਲਤ ਤਰੀਕੇ ਨਾਲ ਜਾਂ ਉਸ ਢੰਗ ਜਿਹਾ ਜਿਸ ਤਰ੍ਹਾਂ ਅੱਜ ਕੱਲ੍ਹ ਕਈ ਫਿਲਮੀ ਤਰਜ਼ਾਂ ਦੇ ਉਹ ਧਾਰਨਾ ਨਹੀਂ ਉਹ ਧਾਰਨਾ ਨਹੀਂ, ਉਹ ਸਾਡਾ ਗੁਰਮਤ ਦਾ ਸਟਾਈਲ ਨਹੀਂ ਹੈ। ਗੁਰਮਤ ਦੀ ਸ਼ੈਲੀ ਉਹੀ ਹੈ ਜੋ ਸਾਡੇ ਨਿਯਮ ਬਣੇ ਉਹਨਾਂ ਦੇ ਅੰਦਰ ਰਹਿੰਦਾ। ਭਾਈ ਸਾਹਿਬ ਜੀ ਜੇ ਆਪਾਂ ਮੀਡੀਆ ਦੀ ਗੱਲ ਕਰੀਏ, ਕੈਸਟਾਂ ਦਾ ਦੌਰ ਸੀ ਜਦੋਂ, ਤੇ ਪਹਿਲੀ ਕੈਸਟ ਆਪ ਜੀ ਦੀ ਜਦੋਂ ਮਾਰਕੀਟ ਦੇ ਵਿੱਚ ਆਈ ਤੇ ਉਹ ਕਿਦਾਂ ਦਾ ਸਮਾਂ ਸੀ? ਆਪ ਜੀ ਨੇ ਖੁਦ ਉਹਦੇ ਬਾਰੇ ਭੱਜ ਦੌੜ ਕੀਤੀ ਵੀ ਆਪਾਂ ਵੀ ਕੈਸਟ ਕਢਾਈਏ, ਜਾਂ ਸਤਿਗੁਰਾਂ ਦੀ ਕਿਰਪਾ ਆਪ ਜੀ ਤੇ ਉੱਦਾਂ ਹੀ ਮਹਾਰਾਜ ਦੀ ਬਖਸ਼ਿਸ਼ ਹੋਈ? ਉਸ ਵੇਲੇ ਰੇਡੀਓ ਤੋਂ ਸਵੇਰੇ ਕੀਰਤਨ ਬ੍ਰੌਡਕਾਸਟ ਹੁੰਦਾ ਸੀ ਜਦੋਂ ਦਾਸ ਨੇ ਸ਼ੁਰੂਆਤ ਕੀਤੀ ਹੈ। ਮੇਰੇ ਅੰਮ੍ਰਿਤਸਰੀ ਸਾਡੇ ਇੱਕ ਹੈ ਨੇ ਨਾਮ ਰਸ ਕੰਪਨੀ ਬੋਬੀ ਜੀ, ਹਰਜਿੰਦਰ ਸਿੰਘ ਬੋਬੀ,
ਜਿਨ੍ਹਾਂ ਨੇ ਬਾਅਦ TC 'ਚ ਬੜਾ ਸਮਾਂ ਕੰਮ ਕੀਤਾ, ਉਹਨਾਂ ਨੇ ਕੈਸਟ ਤਿਆਰ ਕੀਤੀ ਅੱਛਾ ਜੀ। ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ, ਕਿ ਸ਼ੌਂਕ ਤਾਂ ਸੀਗਾ ਪਰ ਸਾਡੇ ਕੋਲ ਸਾਧਨ ਨਹੀਂ ਸੀ, ਕਿਉਂਕਿ ਉਸ ਵੇਲੇ ਮੈਨੂੰ ਜਾਣਦਾ ਵੀ ਕੋਈ ਨਹੀਂ ਸੀ, ਕੰਪਨੀ ਵਾਲਾ ਵੀ ਕੌਣ ਹੈ, ਰਵਿੰਦਰ ਸਿੰਘ ਕੌਣ ਨਹੀਂ ਹੈ। ਉਹਨਾਂ ਨੇ ਮੇਰੀ ਕੈਸਟ ਨਾਮਰਸ ਕੰਪਨੀ ਨੇ ਪਹਿਲੀ ਕੀਤੀ, ਹਰ ਹਟ ਪੀ ਤੂੰ ਤੂੰ ਕਰੇ, ਬੋਲੇ ਭਲੀਬਾਨ ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪੁਕਾਰ। ਉਹਨਾਂ ਨੇ ਰਿਕਾਰਡਿੰਗ ਕੀਤੀ। ਫਿਰ ਇੱਕ ਦਿੱਲੀ ਦੀ ਕੰਪਨੀ ਸੀ, ਉਹਨਾਂ ਨੇ ਮੇਰੀ ਕੈਸਟ ਰਿਕਾਰਡ ਕੀਤੀ, ਕਿਰਪਾ ਕਰ ਬਨਵਾਰੀ ਹੈ। ਇਸੇ ਤਰ੍ਹਾਂ ਇੱਕ ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉਡਣ, ਪਰ ਕਿਸੇ ਨੇ ਰਿਲੀਜ਼ ਨਹੀਂ ਕੀਤੀ। ਅੱਛਾ ਜੀ। ਉਹ ਰਿਸਕ ਨੇ ਲੈ ਕੇ ਰਾਜੀ ਵੀ ਇਹ ਨਵਾਂ ਹੈਗਾ, ਵੀ ਜਥਾ ਇਹਨਾਂ ਪਤਾ ਨਹੀਂ ਚੱਲਣੀ ਕਿ ਨਹੀਂ ਚੱਲਣੀ, ਸਾਨੂੰ ਕੋਈ ਰਿਕਾਰਡ ਕਰਕੇ ਦੇਤੀਆਂ, ਰੱਖ ਲਈਆਂ। ਹਾਂਜੀ, ਰਿਕਾਰਡ ਕਰਕੇ ਰੱਖ ਲਈਆਂ, ਪਰ ਰਿਲੀਜ਼ ਨਾ ਕਰੇ ਕੋਈ ਵੀ। ਅੱਛਾ ਜੀ। ਫਿਰ ਹਰ ਹੱਟ ਵੀ ਤੂੰ ਤੂੰ ਕਰੇ ਪਹਿਲੀ ਕੈਸਟ ਰਿਲੀਜ਼ ਹੋਈ। ਜਦੋਂ ਰਿਲੀਜ਼ ਹੋਈ ਤੇ ਬਸ ਗੁਰੂ ਰਾਮਦਾਸ ਜੀ ਨੇ ਐਸੀ ਕਿਰਪਾ ਕੀਤੀ ਕਿ ਉਸ ਜਿੰਨੇ ਵੀ ਸ਼ਬਦ ਦਾਸ ਨੇ ਪੜ੍ਹੇ ਸੀ ਉਸ ਵੇਲੇ ਸਾਰੇ ਸੁਪਰ ਹਿੱਟ। ਸੰਗਤ ਦੇ ਇੰਨੇ ਪ੍ਰਵਾਨ ਕੀਤੇ ਵੀ ਕਿਤੇ ਵੀ ਕਿਸੇ ਸਮਾਗਮ 'ਚ ਜਾਈਏ ਅੱਗੇ ਉਹ ਕੈਸਟ ਲੱਗੀ ਹੋਵੇ, ਮਤਲਬ ਕਿ ਉਹ ਕੈਸਟ ਲੱਖਾਂ ਦੀ ਤਾਦਾਦ 'ਚ ਉਸ ਵੇਲੇ ਵਿਕੀ। ਮੈਂ ਬੇਨਤੀ ਕਰਾਂਗਾ ਵੀ ਜਿਹੜਾ ਸ਼ਬਦ ਸਭ ਤੋਂ ਪਹਿਲਾਂ ਰਿਕਾਰਡ ਕੀਤਾ ਹੋਇਆ ਜਿਹਨੇ ਕੈਸਟ ਰਿਲੀਜ਼ ਹੋਈ, ਉਹ ਵੀ ਆਪ ਜੀ ਸੰਗਤਾਂ ਨਾਲ ਸਾਂਝ ਪਾਓ। ਹਰ ਹਟ ਪੀ ਤੂੰ ਤੂੰ ਕਰੇ, ਹਰ ਹਟ ਪੀ ਤੂੰ ਤੂੰ ਕਰੇ, ਬੋਲੇ ਭਲੀ ਬਾਣ, ਬੋਲੇ ਭਲੀ ਬਾਣ, ਹਰ ਹਟ ਪੀ ਤੂੰ ਤੂੰ ਕਰੇ, ਹਰ ਹਟ ਪੀ ਤੂੰ ਤੂੰ ਕਰੇ, ਸਾਹਿਬ ਸਦਾ ਹਜ਼ੂਰ ਹੈ, ਸਾਹਿਬ ਸਦਾ ਹਜ਼ੂਰ ਹੈ, ਕਿਆ ਉੱਚੀ करे पुकार, क्या ऊंची करे पुकार, क्या ऊंची करे पुकार, क्या ऊंची करे पुकार, हर हट पी तू करे, हर हट पी तू करे। ਬਹੁਤ ਅੱਛੇ ਭਾਈ ਸਾਹਿਬ। ਇਹ ਪਹਿਲੀ ਕੈਸਟ ਸ਼ਬਦ ਹੈ। ਜਦੋਂ ਇਹ ਰਿਲੀਜ਼ ਹੋਈ, ਜਦੋਂ ਦੂਸਰੀਆਂ ਕੰਪਨੀਆਂ ਨੇ ਦੇਖਿਆ ਵੀ ਇਹ ਕੈਸਟ ਤਾਂ ਬਹੁਤ ਸੰਗਤ 'ਚ ਮਕਬੂਲ ਹੋਈ ਹੈ, ਤੇ ਉਹਨਾਂ ਨੇ ਵੀ ਨਾਲ ਹੀ ਫਿਰ ਰਿਕਾਰਡ ਕਰਕੇ ਉਹਨੇ ਵੀ ਰਿਲੀਜ਼ ਕਰ ਦਿੱਤੀਆਂ ਨਾਲ ਹੀ। ਪਰ ਉਸ ਵੇਲੇ ਹਾਂਜੀ ਸਾਰੇ ਨੰਬਰ ਫਿਰ ਕਾਫੀ ਅੱਛੇ ਸੰਗਤ ਨੇ ਪਸੰਦ ਕੀਤੇ। ਸੋ ਗੁਰੂ ਪਿਆਰਿਓ, ਕਿਸ ਤਰ੍ਹਾਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਕਿਵੇਂ ਜੀਵਨ ਦੀ ਘਾਲਣਾ ਘਾਲ ਕੇ ਉਹ ਮਿਹਨਤ ਕੀਤੀ ਤੇ ਉਸ ਮਿਹਨਤ ਨੂੰ ਫਲ ਲੱਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਕੀਰਤਨ ਕਰਨ ਦਾ ਸੁਭਾਗ ਮਿਲਿਆ। ਸੋ ਜਿਸ ਤਰ੍ਹਾਂ ਕਿ ਇਹਨਾਂ ਦੱਸਿਆ ਕਿ ਉਹ 2 ਸਾਲ ਦਾ ਸਮਾਂ ਜਿਹੜਾ ਸੀ ਕੇਵਲ ਔਰ ਕੇਵਲ ਮਿਹਨਤ ਤੇ ਹੀ ਲਗਾਇਆ, ਰਿਆਜ਼ ਤੇ ਹੀ ਲਗਾਇਆ। ਪਰ ਅੱਜ ਸਾਡੇ ਜਿਹੜੇ ਨੌਜਵਾਨ ਕੀਰਤੀ ਨੇ, ਰਿਆਜ਼ ਵੱਲ ਬਹੁਤ ਘੱਟ ਧਿਆਨ ਹੈ ਸਾਡਾ। ਸੰਗਤ ਵਿੱਚ ਪਪੂਲਰ ਹੋਣ ਦੇ ਲਈ ਸਾਡੀ ਇੱਛਾ ਬਹੁਤ ਹੈ, ਸਾਡੀਆਂ ਕੈਸਟਾਂ ਆ ਜਾਣ, ਸੀਡੀਆਂ ਆ ਜਾਣ, ਅਸੀਂ ਮਸ਼ਹੂਰ ਹੋ ਜਾਈਏ, ਇਹ ਸਾਡੀ ਇੱਛਾ ਬਹੁਤ ਹੈ। ਪਰ ਰਿਆਜ਼ ਕਿੰਨਾ ਕੁ ਸਾਡਾ, ਇਹਦੇ ਵੱਲ ਸਾਡਾ ਬਹੁਤ ਧਿਆਨ ਘੱਟ ਹੈ। ਸੋ ਜੇਕਰ ਅਸੀਂ ਉਸ ਲੈਵਲ ਤੇ ਪਹੁੰਚਣਾ ਚਾਹੁੰਦੇ ਹਾਂ ਤਾਂ ਗੁਰੂ ਪਿਆਰਿਓ, ਉਸ ਲੈਵਲ ਦਾ ਰਿਆਜ਼ ਵੀ ਕਰੀਏ, ਗੁਰਬਾਣੀ ਨੂੰ ਮਨ ਵਿੱਚ ਵਸਾਉਣ ਦਾ ਯਤਨ ਕਰੀਏ, ਗੁਰਬਾਣੀ ਨੂੰ ਕੰਠ ਕਰਨ ਦਾ ਯਤਨ ਕਰੀਏ, ਰਿਆਜ਼ ਕਰਕੇ ਫਿਰ ਸ਼ਬਦ ਨੂੰ ਸਟੇਜ ਦੇ ਉੱਤੇ ਗਾਨ ਕਰੀਏ ਤਾਂ ਉਹਦਾ ਰਸ ਹੈ ਫਿਰ ਸਤਿਗੁਰੂ ਪਾਤਸ਼ਾਹ ਆਪ ਹੀ ਬਖਸ਼ਾਂ ਕਰ ਦਿੰਦੇ ਨੇ। ਸੋ ਭਾਈ ਰਵਿੰਦਰ ਸਿੰਘ ਜੀ ਨੇ ਆਪ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਸੋ ਹੁਣ ਸਮਾਂ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਹੋਰ ਵੀ ਗੱਲਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ।
ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇੱਕ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਏਵਨ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦੇ ਇੱਕ ਵਾਰੀ ਫਿਰ ਤੋਂ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਪ੍ਰੋਗਰਾਮ ਸਭਨਾ ਕਾ ਪਿਆਰਾ ਦੇ ਵਿੱਚ। ਮੇਰੇ ਨਾਲ ਹਨ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਸੋ ਆਓ ਅੱਗੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਦੇ ਹਾਂ। ਭਾਈ ਸਾਹਿਬ ਜੀ, ਜਾਣਨਾ ਚਾਹਾਂਗੇ ਕਿ ਆਪ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੀਰਤਨ ਦੀ ਸੇਵਾ ਨਿਭਾਉਂਦੇ ਹੋ ਅਤੇ ਦਰਬਾਰ ਸਾਹਿਬ ਵੀ ਆਪ ਜੀ ਦੀ ਡਿਊਟੀ ਪੱਕੀ ਹੁੰਦੀ ਹੈ। ਤੇ ਜਦੋਂ ਹੀ ਕਿਤੇ ਆਪ ਜੀ ਨੂੰ ਕੋਈ ਕਾਲ ਕਰੇ ਕੀਰਤਨ ਦਰਬਾਰ ਦੇ ਸਮਾਂ ਲੈਣ ਦੇ ਲਈ, ਅਗਰ ਡੇਟ ਆਪ ਜੀ ਕੋਲ ਖਾਲੀ ਹੈ ਤਾਂ ਆਪ ਜੀ ਯੈਸ ਕਰ ਦਿੰਦੇ ਹੋ ਜੀ। ਤੇ ਮੈਂ ਜਾਣਨਾ ਚਾਹੂੰਗਾ ਕਿ ਉਸ ਡੇਟ ਨੂੰ ਅਗਰ ਆਪ ਜੀ ਦੀ ਡਿਊਟੀ ਉੱਥੇ ਲੱਗ ਜੇ ਤੇ ਉਹ ਫਿਰ ਕਿਵੇਂ ਮੈਨੇਜ ਕੀਤਾ ਜਾਂਦਾ ਹੈ? ਮੈਨੇਜ ਦਾ ਕੋਈ ਐਸੀ ਔਖਾ ਕੰਮ ਨਹੀਂ। ਸਾਡਾ ਕੋਈ ਵੀ ਪ੍ਰੋਗਰਾਮ ਹੁੰਦਾ, ਖਾਸ ਤੌਰ ਤੇ ਮੈਂ ਆਪਣੀ ਗੱਲ ਕਰਨ ਲੱਗਾ ਵੀ ਮੈਂ ਪਹਿਲਾਂ ਉੱਥੇ ਇਨਫੋਰਮ ਕੀਤਾ ਹੁੰਦਾ ਉਹਨਾਂ ਕੋਲ, ਜਿਹੜੇ ਇੰਚਾਰਜ ਉਹਨਾਂ ਕੋਲ ਡਾਇਰੀ 'ਚ ਨੋਟ ਕਰਾਇਆ ਦਾ ਵੀ ਮੇਰੀ ਫਲਾਣੀ ਜਗ੍ਹਾ ਡਿਊਟੀ ਤੁਸੀਂ ਲਾ ਦੇਣੀ। ਜਦੋਂ ਇੱਕ ਜਗ੍ਹਾ ਪ੍ਰੋਗਰਾਮ ਦੀ ਡਿਊਟੀ ਲੱਗ ਗਈ ਹੈ, ਭਾਵੇਂ ਮੈਂ ਬੁੱਕ ਕੀਤਾ, ਫਿਰ ਉਹਨੂੰ ਕੱਟ ਕੇ ਦੂਸਰੀ ਜਗ੍ਹਾ ਕੋਈ ਬਹੁਤ ਵੱਡੀ ਮਜਬੂਰੀ ਨਾ ਹੋਵੇਗੀ ਦੂਸਰੀ ਜਗ੍ਹਾ ਨਹੀਂ ਲਾਉਂਦੇ। ਹਾਂ, ਕੋਈ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਗੱਲ ਹੈ, ਉੱਥੇ ਦੀ ਜ਼ਰੂਰੀ ਹੈ। ਮੈਂ ਸਮਝਦਾ ਕਿ ਸਾਰਾ ਛੱਡ ਕੇ ਪ੍ਰੋਗਰਾਮ ਨੂੰ ਬਾਹਰ ਦੇ ਕੋਈ ਮਜਬੂਰੀ ਵਸ ਦਰਬਾਰ ਸਾਹਿਬ ਦੀ ਕੋਈ ਜ਼ਰੂਰੀ ਹਾਜ਼ਰੀ ਭਰਨੀ ਹੈ, ਗੁਰਪੁਰਬ ਜੀ, ਫਿਰ ਅਸੀਂ ਉਸ ਚੀਜ਼ ਨੂੰ ਪਹਿਲ ਦਿੰਦੇ ਹਾਂ ਵੀ ਨਹੀਂ, ਹਰਿਮੰਦਰ ਸਾਹਿਬ ਦੀ ਸੇਵਾ ਉਹ ਡਿਊਟੀ ਜ਼ਰੂਰੀ ਹੈ। ਕੋਈ ਗੁਰਪੁਰਬ ਹੈ, ਅੱਜ ਵਿਸ਼ੇਸ਼ ਦਿਨ ਹੈ ਜਿੱਥੋਂ ਸਾਨੂੰ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹੈ ਨਾ। ਅਤੇ ਉਸ ਲਈ ਫਿਰ ਜੋ ਕੋਈ ਮਜਬੂਰੀ ਬਣ ਵੀ ਜਾਵੇ ਅਤੇ ਪ੍ਰਬੰਧਕਾਂ ਵੀਰਾਂ ਨੂੰ ਬੇਨਤੀ ਕਰ ਲਈ ਦੀ ਜਿੱਥੇ ਜਾਣਾ ਵੀ ਤੁਹਾਨੂੰ ਜੱਥਾ ਕੋਈ ਹੋਰ ਭੇਜ ਦਿੰਦੇ ਆ, ਜਾਂ ਅੱਬਲ ਤਾਂ ਹੁੰਦਾ ਬਹੁਤ ਘੱਟ ਐਸਾ, ਅਤੇ ਪਰ ਜੇ ਹੋਵੇ ਤਾਂ ਇੱਦਾਂ ਦੀ ਮਜਬੂਰੀ ਉਹਨਾਂ ਨੂੰ ਬੇਨਤੀ ਕਰ ਲਈ ਦੀ ਹੈ ਅਤੇ ਮੰਨ ਵੀ ਜਾਂਦੇ ਨੇ ਵੀ ਚਲੋ ਜੇ ਦਰਬਾਰ ਸਾਹਿਬ ਦੇ ਸਾਰੇ ਜੱਥੇ ਸਨਮਾਨਯੋਗ ਨੇ ਵੀ ਕੋਈ ਦੂਸਰਾ ਜੱਥਾ ਜਿਹੜਾ ਕੋਈ ਉਸ ਵੇਲੇ ਫ੍ਰੀ ਹੋਵੇ ਉਹ ਤੁਹਾਡੇ ਕੋਲ ਭੇਜ ਦਿੰਦੇ ਆ। ਭਾਈ ਸਾਹਿਬ ਜੀ, ਅੱਜ ਦੀ ਤਾਰੀਖ ਦੇ ਵਿੱਚ ਬਹੁਤ ਸਾਰੇ ਜਥੇ ਨੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਵਾਲੇ। ਬਹੁਤਾਤ ਦੇ ਵਿੱਚ ਕਈਆਂ ਦਾ ਤਾਂ ਚਲੋ ਨਹੀਂ ਵੀ ਪਤਾ ਲੱਗਦਾ, ਪਰ ਨਾਮ ਦੇ ਪਿੱਛੇ ਜਦੋਂ ਲਿਖਿਆ ਹੁੰਦਾ ਉਦੋਂ ਸਾਨੂੰ ਪਤਾ ਲੱਗਦਾ ਵੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ। ਅਤੇ ਜਦੋਂ ਤੁਸੀਂ ਦਰਬਾਰ ਸਾਹਿਬ ਡਿਊਟੀ ਸ਼ੁਰੂ ਕੀਤੀ ਕੀਰਤਨ ਦੀ, ਉਸ ਸਮੇਂ ਤਾਂ ਮੈਨੂੰ ਲੱਗਦਾ ਘੱਟ ਗਿਣਤੀ ਹੋਣੀ, ਕਿੰਨੀ ਕੁ ਗਿਣਤੀ ਸੀ ਉਸ ਸਮੇਂ? 9 ਜਾਂ 10 ਜਥੇ ਸੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ। 10 ਜਥੇ ਉਹਨਾਂ ਵਿੱਚੋਂ ਹੁਣ ਇਸ ਟਾਈਮ ਤਾਂ ਸ਼ਾਇਦ ਸਾਰੇ ਸੇਵਾ ਮੁਕਤ ਹੋ ਚੁੱਕੇ ਆ, ਕੋਈ ਡਿਊਟੀ 'ਤੇ ਨਹੀਂ ਹੈ। ਉਸ ਵੇਲੇ ਕਿਉਂਕਿ ਇੰਨੇ ਪ੍ਰੋਗਰਾਮ ਵੀ ਨਹੀਂ ਸੀ, ਜਾਂ ਜ਼ਿਆਦਾਤਰ ਜਿਹੜੇ ਬਾਹਰ ਪ੍ਰਾਈਵੇਟ ਜਥੇ ਨੇ ਉਹਨਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਸੀ, ਲੋਕ ਉਹਨਾਂ ਨੂੰ ਜ਼ਿਆਦਾ ਜਾਣਦੇ ਸਨ ਵੀ ਜਥੇ ਕੀਰਤਨ ਕਰਦੇ ਆ। ਪਰ ਜਦੋਂ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਵੀ ਸਾਧਨ ਇਹ ਆਏ ਨੇ, ਰੇਡੀਓ, ਟੀਵੀ, ਕੈਸਟਾਂ, ਚੈਨਲ ਹੈ ਨਾ, ਇਹਨਾਂ ਦੇ ਕੀਰਤਨ ਦੂਰ ਦੂਰ ਤੱਕ ਹਰਿਮੰਦਰ ਸਾਹਿਬ ਜੀ ਤੋਂ ਲਾਈਵ ਟੈਲੀਕਾਸਟ ਹੋਣਾ ਸ਼ੁਰੂ ਹੋਇਆ। ਅਤੇ ਫਿਰ ਸੰਗਤਾਂ ਨੇ ਜਦੋਂ ਕੀਰਤਨ ਦਰਬਾਰ ਸਾਹਿਬ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਉਹਨਾਂ ਨੇ ਫਿਰ ਬਹੁਤ ਜਥਿਆਂ ਨੂੰ ਸਾਰਿਆਂ ਨੂੰ ਪਸੰਦ ਕੀਤਾ। ਸੋ ਭਾਈ ਸਾਹਿਬ ਜੀ, ਵਿਦੇਸ਼ ਜਾਣ ਦਾ ਦੌਰਾ ਮੈਂ ਗੱਲ ਕਰਨੀ ਚਾਹਾਂਗਾ। ਮਨ ਦੇ ਵਿੱਚ ਇੱਛਾ ਹੁੰਦੀ ਵੀ ਅਸੀਂ ਵੀ ਵਿਦੇਸ਼ ਜਾਈਏ, ਅਤੇ ਜਦੋਂ ਆਪ ਜੀ ਨੇ ਸ਼ੁਰੂਆਤ ਕੀਤੀ ਤੇ ਬੜੀ ਛੋਟੀ ਉਮਰ ਸੀ, ਆਪ ਜੀ ਨੇ ਦੱਸਿਆ, ਅਤੇ ਇਹ ਵਿਦੇਸ਼ਾਂ ਵੱਲ ਜਾਣ ਦਾ ਸ਼ੁਰੂਆਤ ਕਿਵੇਂ ਹੋਈ ਅਤੇ ਕਿਵੇਂ ਮਨ ਦੇ ਵਿੱਚ ਚਾਅ ਵੀ ਸੀ ਵੀ ਅਸੀਂ ਵੀ ਜਾਈਏ ਵਿਦੇਸ਼, ਅਤੇ ਕਿੱਦਾਂ ਉਹ ਪ੍ਰੋਗਰਾਮ ਬਣਿਆ ਆਪ ਜੀ? ਵੀਰ ਜੀ, ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਗੁਰੂ ਰਾਮਦਾਸ ਦੇ ਚਰਨਾਂ 'ਚ ਆ ਗਏ, ਮੈਂ ਸਮਝਦਾ ਸਾਰਾ ਸੁੱਖ ਉੱਥੇ ਹੀ ਹੈ। ਬਿਲਕੁਲ ਜੀ। ਆਪਾਂ ਮਾਇਆ ਠੀਕ ਹੈ, ਦੁਨਿਆਵੀ ਮਾਇਆ ਵੀ ਕਮਾਉਂਦੇ ਹਾਂ, ਕੁਛ ਕਰਦੇ ਹਾਂ, ਪਰ ਜਦੋਂ ਉਹਦੀ ਗੋਦ 'ਚ ਆ ਕੇ ਬੈਠ ਗਏ ਹਾਂ, ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਫਿਰ ਆਪਾਂ ਡੋਰ ਗੁਰੂ 'ਤੇ ਸੁੱਟ ਦਿੱਤੀ ਵੀ ਮਹਾਰਾਜ ਹੁਣ ਤੂੰ ਹੀ ਮੇਰੀਆਂ ਲੋੜਾਂ ਨੂੰ ਜਾਣਦਾ ਵੀ ਤੇਰੇ ਬੱਚੇ ਨੂੰ, ਤੇਰੇ ਕੀਰਤਨੀਆਂ ਨੂੰ, ਤੇਰੇ ਦਾਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਅਤੇ ਫਿਰ ਇਹ ਜਿਹੜੇ ਦੇਸ਼ਾਂ ਦੇ ਦੌਰੇ ਆ, ਵਿਦੇਸ਼ ਜਾਣਾ ਜਾਂ ਹੋਰ ਪਾਸੇ ਜਾਣਾ, ਇਹ ਤਾਂ ਗੁਰੂ ਮਹਾਰਾਜ ਆਪੇ ਸੇਵਾ ਨਾਲ ਲਈ ਜਾਂਦੇ, ਇਹ ਤਾਂ ਫਿਰ ਰਸਤੇ ਸਤਿਗੁਰੂ ਆਪ ਹੀ ਖੋਲ੍ਹ ਦਿੰਦੇ ਆ। ਬਿਲਕੁਲ ਜੀ। ਬਾਕੀ ਜਹਾਂ ਦਾਣੇ ਤਾਂ ਦਾਣਾ ਬਾਣੀ ਸਾਡਾ ਲਿਖਿਆ, ਅਤੇ ਸੰਗਤਾਂ ਕਿਉਂਕਿ ਹਰ ਥਾਂ ਯਾਦ ਕਰਦੀਆਂ, ਪਿਆਰ ਕਰਦੀਆਂ, ਵਿਦੇਸ਼ਾਂ 'ਚ ਵੀ ਉਹਨਾਂ ਹੀ ਪਿਆਰ ਕਰਦੀਆਂ ਜਿੰਨੀਆਂ ਦੇਸ਼ 'ਚ ਯਾਦ ਕਰਦੀਆਂ। ਇਸ ਲਈ ਮੈਨੂੰ ਬਹੁਤ ਸਾਰੇ ਕੰਟਰੀਆਂ 'ਚ ਕਈ ਵਾਰ ਜਾਣ ਦਾ ਮੌਕਾ ਮਿਲਿਆ, ਹਿੰਦੁਸਤਾਨ 'ਚ ਵੀ ਸਾਰੇ ਪਾਸੇ ਜਾਣ ਦਾ ਮੌਕਾ ਮਿਲਦਾ।
ਜੀ ਕੋਸ਼ਿਸ਼ ਕਰੀਏ ਜਿੱਥੋਂ ਜਿੱਥੋਂ ਸੰਗਤਾਂ ਦਾ ਪਿਆਰ ਮਿਲੇ ਜ਼ਰੂਰ ਜਾ ਕੇ। ਸੋ ਗੁਰੂ ਪਿਆਰਿਓ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਗੱਲਾਂ, ਆਪਣੇ ਦਿਲ ਦੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ। ਆਸ ਕਰਦੇ ਹਾਂ ਆਪ ਜੀ ਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਸੋ ਜਾਂਦੇ ਜਾਂਦੇ ਭਾਈ ਸਾਹਿਬ ਜੀ, ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਸਾਡੇ ਨੌਜਵਾਨ ਕੀਰਤਨੀਆਂ ਨੂੰ ਤੇ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਕਈ ਥਾਂ ਤੇ ਗੱਲਾਂ ਹੁੰਦੀਆਂ ਵੀ ਰਾਗੀ ਸਿੰਘ ਮਾਇਆ ਬੜੀ ਲੈਂਦੇ ਨੇ ਜੀ, ਤੇ ਗਾਣ ਵਾਲਿਆਂ ਨੂੰ ਤਾਂ ਲੋਕੀ ਲੱਖਾਂ ਰੁਪਏ 10-10 ਲੱਖ ਰੁਪਏ ਵੀ ਦੇਈ ਜਾ ਰਹੇ ਨੇ, ਪਰ ਸਾਡੇ ਕੀਰਤਨੀਆਂ ਨੂੰ ਦੇਣ ਲੱਗਿਆਂ ਬੜੀ ਕੰਜੂਸੀ ਕੀਤੀ ਜਾਂਦੀ ਹੈ। ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਮੈਂ ਕਹਾਂਗਾ ਇਹ ਵੀ ਸ਼ੰਕਾ ਥੋੜਾ ਜਿਹਾ ਸੰਗਤ ਆਪ ਜੀ ਨਿਵਰਤ ਕਰੋ। ਆਪਾਂ ਇਹ ਨਾ ਦੇਖੀਏ ਵੀ ਕਿਸੇ ਗਾਣ ਵਾਲੇ ਨੂੰ ਕਿੰਨਾ ਦਿੰਦੇ, ਜਾਂ ਕਿਉਂਕਿ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਗਾਣ ਵਾਲਾ ਨਹੀਂ ਕਰ ਰਿਹਾ। ਹਾਂਜੀ, ਹਾਜ਼ਰੀ ਤੁਹਾਡੀ ਗੁਰੂ ਚਰਨਾਂ 'ਚ ਪ੍ਰਵਾਨ ਹੋ ਰਹੀ ਹੈ। ਠੀਕ ਹੈ ਜੀ। ਇਸ ਲਈ ਇਹ ਨਾ ਆਪਾਂ ਕਿਸੇ ਨੂੰ ਨਾ ਦੇਖੀਏ, ਆਪਾਂ ਸਿਰਫ ਇਹ ਦੇਖੀਏ ਕਿ ਆਪਾਂ ਜੋ ਸਾਨੂੰ ਗੁਰੂ ਮਹਾਰਾਜ ਨੇ ਸਾਡੀ ਸੇਵਾ ਲਿਖੀ ਹੈ ਉਹ ਆਪਾਂ ਸਹੀ ਢੰਗ ਨਾਲ ਸੰਗਤਾਂ ਨਾਲ ਪਿਆਰ ਨਾਲ, ਜੇ ਕੋਈ ਮਾਇਆ ਵੱਧ ਨਹੀਂ ਦੇ ਸਕਦਾ ਉੱਥੇ ਪਿਆਰ ਨਾਲ ਵੀ ਸੇਵਾ ਕਰ ਆਈਏ ਜਾ ਕੇ, ਕੋਈ ਐਸੀ ਗੱਲ ਨਹੀਂ ਹੈ। ਕਈ ਵਾਰ ਜਾਣਾ ਪੈਂਦਾ, ਵੀ ਕਿਰਾਇਆ ਵੀ ਪੱਲਿਓਂ ਖਰਚ ਕੇ ਦੇਣਾ ਪੈਂਦਾ, ਜਾਣਾ ਪੈਂਦਾ, ਉਹ ਵੀ ਸੇਵਾ। ਪਰ ਕਈ ਵਾਰ ਐਸੇ ਕੀਰਤਨ ਦੇ ਰਸੀਏ ਪ੍ਰੇਮੀ ਹੁੰਦੇ ਹਨ, ਉਹ ਕਹਿੰਦੇ ਭਾਈ ਸਾਹਿਬ ਮਾਇਆ ਦੀ ਕੋਈ ਪਰਵਾਹ ਨਹੀਂ, ਤੁਸੀਂ ਫਿਕਰ ਨਾ, ਤੇ ਤੁਸੀਂ ਉਹ ਗੁਰੂ ਮਹਾਰਾਜ ਇੱਧਰ ਦੀ ਕਸਰ ਉੱਧਰ ਆਪੇ ਕੱਢ ਦਿੰਦੇ ਨੇ, ਘਾਟਾ ਪੂਰਾ ਕਰ ਦਿੰਦੇ। ਇਹ ਸਾਡੇ ਮਨ ਦਾ ਵਹਿਮ ਹੁੰਦਾ ਵੀ ਪਤਾ ਨਹੀਂ ਸ਼ਾਇਦ ਮੈਨੂੰ ਤੋਂ ਘੱਟ ਮਿਲੇ, ਵੱਧ ਮਿਲੀ ਆ। ਬਸ ਮੈਂ ਇਹੀ ਆਪਣੇ ਕੀਰਤਨੀਆਂ ਨੂੰ, ਕਿਉਂਕਿ ਮੈਂ ਸੰਦੇਸ਼ ਤਾਂ ਕੋਈ ਦੇ ਹੀ ਨਹੀਂ ਸਕਦਾ, ਆਪ ਮੈਂ ਹਜੇ ਇਸ ਪਾਸੇ ਵੱਲ ਚੱਲ ਰਿਹਾ, ਹਜੇ ਮੈਂ ਸੇਵਾਦਾਰ ਤੁਹਾਡਾ। ਪਰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਾਰੇ ਅੱਜ ਕੀਰਤਨ ਦੇ ਨਾਲ ਜੁੜੇ ਹੋ। ਤੁਹਾਡੇ ਮਨ 'ਚ ਇਹ ਇੱਛਾ ਪੈਦਾ ਹੁੰਦੀ ਹੈ, ਸ਼ੌਂਕ ਪੈਦਾ ਹੁੰਦਾ ਕਿ ਅਸੀਂ ਸਾਡੇ ਵਰਗੇ ਕੀਰਤਨੀਆਂ ਬਣੀਏ। ਪਰ ਮੈਂ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਮਿਹਨਤ ਜ਼ਰੂਰ ਕਰੋ, ਰਿਆਜ਼ ਜ਼ਰੂਰ ਕਰੋ। ਸਿਰਫ ਆਪਾਂ ਜੇ ਮਸ਼ਹੂਰੀ ਵਾਲੇ ਪਾਸੇ ਪੈ ਜਾਈਏ ਵੀ ਸਾਡੀ ਮਸ਼ਹੂਰੀ ਹੋ ਜਾਏ, ਇਸ ਪਾਸੇ ਨਾ ਚਲੀਏ। ਜਦੋਂ ਆਪਾਂ ਗੁਰੂ ਦੇ ਦਰ 'ਤੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਨੂੰ ਆਪਣਾ ਬਣਾ ਕੇ ਹੈ ਬਾਣੀ ਪੜਾਂਗੇ, ਕੀਰਤਨ ਕਰਾਂਗੇ, ਤੇ ਗੁਰੂ ਪਾਤਸ਼ਾਹ ਇਹ ਮਸ਼ਹੂਰੀਆਂ, ਇਹ ਵਡਿਆਈਆਂ ਤਾਂ ਸਾਡੀ ਝੋਲੀ 'ਚ ਆਪੇ ਸਾਡੇ ਪਿੱਛੇ ਪਿੱਛੇ ਲੱਗਣੀਆਂ ਫਿਰਨੀਆਂ। ਇਸ ਲਈ ਬੇਨਤੀ ਹੈ ਕਿ ਤੁਸੀਂ ਪਿਆਰ ਦੇ ਨਾਲ ਮਿਹਨਤ ਕਰੋ ਤੇ ਸਤਿਗੁਰ ਬਖਸ਼ਿਸ਼ ਆਪ ਕਰਨਗੇ ਤੁਹਾਡੇ ਸਾਰਿਆਂ 'ਤੇ। ਮੈਂ ਵਿਸ਼ੇਸ਼ ਤੌਰ 'ਤੇ A1 ਚੈਨਲ, ਜੋ ਕਿ ਗੁਰਬਾਣੀ ਦਾ ਬਹੁਤ ਹੀ ਵਧੀਆ ਇਸ ਟਾਈਮ ਪ੍ਰਚਾਰ ਕਰ ਰਹੇ ਹਨ, ਜਿੱਥੇ ਗੁਰਬਾਣੀ ਕੀਰਤਨ ਰਾਹੀਂ ਸੇਵਾ ਕਰ ਰਹੇ ਹਨ ਸੰਗਤਾਂ ਦੀ, ਉੱਥੇ ਨਾਲ ਨਾਲ ਸਾਡੇ ਵਰਗੇ ਕੀਰਤਨੀਆਂ ਨੂੰ ਵੀ ਤੁਹਾਡੇ ਸਨਮੁਖ ਲਿਆ ਕੇ ਉਹਨਾਂ ਦੀ ਜੀਵਨ ਬਾਰੇ ਜੋ ਗੱਲਬਾਤ ਤੁਹਾਡੇ ਸਾਹਮਣੇ ਕਰ ਰਹੇ ਹਨ। ਮੈਂ A1 ਚੈਨਲ ਦਾ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ। ਸੋ ਗੁਰੂ ਪਿਆਰਿਓ, ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਭਾਈ ਰਵਿੰਦਰ ਸਿੰਘ ਜੀ ਨੇ ਆਪ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ, ਆਪਣੇ ਜੀਵਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਆਸ ਕਰਦੇ ਹਾਂ ਸਾਡਾ ਇਹ ਪ੍ਰੋਗਰਾਮ ਆਪ ਜੀ ਨੂੰ ਜ਼ਰੂਰ ਪਸੰਦ ਆਵੇਗਾ। ਸੋ ਸਾਡੇ ਸਕਰੀਨ ਤੇ ਆ ਰਹੇ ਨੰਬਰਾਂ ਤੇ ਜ਼ਰੂਰ ਫੀਡਬੈਕ ਦਿਓ, ਸਾਨੂੰ ਦੱਸਿਓ ਕਿੱਦਾਂ ਲੱਗਿਆ ਸਾਡਾ ਇਹ ਪ੍ਰੋਗਰਾਮ ਸਭਨਾ ਕਾ ਪਿਆਰਾ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪ ਜੀ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੇ ਹਾਜ਼ਰੀ ਲਾਈ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਆਸ ਕਰਦੇ ਹਾਂ ਅੱਗੋਂ ਵੀ ਸਾਡੀਆਂ ਬੇਨਤੀਆਂ ਇਸੇ ਤਰ੍ਹਾਂ ਪ੍ਰਵਾਨ ਕਰਕੇ ਸਾਨੂੰ ਨਿਵਾਜਦੇ ਰਹੋਗੇ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਦਿਓ ਇਜਾਜ਼ਤ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।